ਜਦੋਂ ਵੀ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਕਿਸੇ ਦੀ, ਤਾਂ ਸ਼ਹੀਦ ਵਿਅਕਤੀ ਬਾਅਦ ਦੇ ਵਿੱਚ ਉਹ ਵਿਅਕਤੀ ਹੁੰਦਾ ਹੈ ਜਿਹਦੀ ਉਹ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਹੋਇਆ ਕਰਦੀ ਹੈ, ਜਿਹਦਾ ਉਹ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੋਇਆ ਕਰਦਾ ਹੈ, ਉਹ ਵਿਅਕਤੀ ਸ਼ਹੀਦ ਹੋਇਆ ਕਰਦਾ ਹੈ। ਹੁਣ ਜਦੋਂ ਪਾਵਨ ਬਚਨ ਗੁਰੂ ਨਾਨਕ ਮਹਾਰਾਜ ਜੀ ਦੇ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਕਹਿੰਦੇ ਜੇ ਤੈਨੂੰ ਪ੍ਰੇਮ ਖੇਲਣ ਦਾ ਚਾਅ ਹੈ ਤਾਂ ਸਿਰ ਪਹਿਲਾਂ ਸੀਸ ਤਲੀ 'ਤੇ ਧਰ ਕੇ ਆਉਣਾ ਪੈਂਦਾ ਹੈ। ਜਿਹਨੂੰ ਅਸਲ ਪ੍ਰੇਮ ਹੁੰਦਾ ਹੈ ਉਹ ਗੁਰੂ ਦੇ ਨਾਲ, ਤੇ ਹੁਣ ਜਿਹਨੂੰ ਪ੍ਰੇਮ ਹੋ ਜਾਂਦਾ ਉਹ ਤਾਂ ਗੁਰੂ ਦੇ ਹੱਕ ਦੇ ਵਿੱਚ ਖੜਦਾ ਹੈ। ਤੇ ਬੜੇ ਇਹੋ ਜਿਹੇ ਵੀ ਹੋਇਆ ਕਰਦੇ ਤੇ ਜਿਹੜੇ ਫੋਕਾ ਦਿਖਾਵਾ ਪ੍ਰੇਮ ਕਰਦੇ ਤੇ ਮੁਸੀਬਤ ਪੈਣ ਤੇ ਦੌੜ ਜਾਇਆ ਕਰਦੇ ਨੇ। ਤੇ ਪ੍ਰੇਮ ਤਾਂ ਉਹ ਵੀ ਕਰਦੇ ਪਰ ਉਹ ਸੱਚਾ ਪਿਆਰ ਨਹੀਂ ਨਾ ਕਰਦੇ, ਉਹ ਪਰਮਾਤਮਾ ਨਾਲ ਉਹ ਸਿਰਫ ਵਿਖਾਵੇ ਮਾਤਰ ਕਰਦੇ ਆ। ਤੇ ਜਿਵੇਂ ਅਸੀਂ ਦੁਨੀ ਚੰਦ ਨੂੰ ਵੇਖਦੇ ਹਾਂ, ਤੇ ਦੁਨੀ ਚੰਦ ਨੂੰ ਜਦੋਂ ਪਤਾ ਲੱਗਦਾ ਵੀ ਹਾਥੀ ਨਾਲ ਮੁਕਾਬਲਾ ਕਰਨਾ ਤੇ ਰਾਤੇ ਰਾਤ ਹੀ ਦੌੜ ਜਾਂਦਾ ਹੈ। ਤੇ ਜਿਨ੍ਹਾਂ ਦਾ ਸੱਚਾ ਇਸ਼ਕ ਹੋਇਆ ਹੁੰਦਾ ਪਰਮਾਤਮਾ ਨਾਲ, ਉਹ ਇਹ ਨਹੀਂ ਵੇਖਦੇ ਵੀ ਸਾਹਮਣੇ ਮੁਸ਼ਕਲ ਕਿੱਡੀ ਕਾ, ਉਹ ਪਰਮਾਤਮਾ ਦੇ ਹੱਕ ਦੇ ਵਿੱਚ ਖੜਦੇ ਨੇ। ਉਹ ਪਰਮਾਤਮਾ ਦੇ ਦੱਸੇ ਮਾਰਗ 'ਤੇ ਚੱਲਦੇ ਨੇ, ਜਿਨ੍ਹਾਂ ਨੂੰ ਉਹ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੁੰਦਾ ਹੈ। ਉਹ ਪਰਮਾਤਮਾ ਨੂੰ ਛੱਡ ਕੇ ਹੋਰ ਥਾਵਾਂ 'ਤੇ ਨਹੀਂ ਜਾਂਦੇ। ਤੇ ਇਸੇ ਤਰ੍ਹਾਂ ਹੀ ਜਿਨ੍ਹਾਂ ਦਾ ਸੱਚਾ ਉਹ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਤੇ ਫਿਰ ਉਹ ਪਰਮਾਤਮਾ ਵਾਸਤੇ ਸ਼ਹੀਦ ਵੀ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਦੋਵੇਂ ਟਾਈਮ ਯਾਦ ਕਰਦੇ ਹਾਂ ਕਿ ਚਰਖੜੀਆਂ 'ਤੇ ਚੜ੍ਹਾਏ ਗਏ, ਜਿਹੜੇ ਚਰਖੜੀਆਂ 'ਤੇ ਚੜੇ ਨੇ ਉਹ ਦੋ ਸ਼ਹੀਦ ਜਿਨ੍ਹਾਂ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਅੱਜ ਦੇ ਦਿਨ ਚਰਖੜੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ ਹੈ। ਹੁਣ ਜਦੋਂ ਉਹ ਸਮੇਂ ਜਿਹੜਾ ਸੂਬੇ ਸੀਗਾ ਜਿਹਦਾ ਰਾਜ ਸੀ ਉਹ ਜ਼ਕਰੀਆ ਖਾਨ ਸੀ, ਜ਼ਕਰੀਆ ਖਾਨ ਦਾ ਉਸ ਦੇ ਸਮੇਂ ਉਦੋਂ ਬੜਾ ਰਾਜ ਸੀ। ਤੇ 1726 ਤੋਂ ਲੈ ਕੇ 1745 ਤੱਕ ਜ਼ਕਰੀਆ ਖਾਨ ਦਾ ਰਾਜ ਰਿਹਾ ਹੈ। ਤੇ 26 ਤੋਂ 45 ਦੇ ਦੌਰ ਦੇ ਵਿੱਚ ਕਹਿੰਦੇ 10,000 ਦੇ ਕਿਤੇ ਵੱਧ ਕਹਿੰਦੇ ਉਹਨੇ ਸਿੱਖਾਂ ਨੂੰ ਕਤਲ ਕਰ ਦਿੱਤਾ ਸੀਗਾ। ਹੁਣ ਜ਼ਕਰੀਆ ਖਾਨ ਦੇਖਦਾ ਸੀ ਵੀ ਜਿਉਂ-ਜਿਉਂ ਮੈਂ ਸਿੱਖਾਂ ਨੂੰ ਖਤਮ ਕਰ ਰਿਹਾ ਤੇ ਇਹ ਸਿੱਖ ਖਤਮ ਹੀ ਨਹੀਂ ਹੋ ਰਹੇ, ਵੀ ਸਿੱਖਾਂ ਨੂੰ ਖਤਮ ਕਰਨ ਦਾ ਕੋਈ ਹੋਰ ਢੰਗ ਤਰੀਕਾ ਵਰਤਾਂ ਜਿਹਦੇ ਕਰਕੇ ਸਿੱਖ ਖਤਮ ਹੋ ਜਾਣ। ਤੇ ਜ਼ਕਰੀਆ ਖਾਨ ਜਦੋਂ ਵੀ ਕੋਈ ਰਸਤ ਲੈ ਕੇ ਆਉਂਦਾ ਸੀ ਤੇ ਸਿੱਖ ਜਿਹੜੇ ਸਨ ਉਹ ਮਿਸਲਾਂ ਦੇ ਰੂਪ ਦੇ ਵਿੱਚ ਵੰਡੇ ਗਏ ਸੀ ਤੇ ਉਹਨਾਂ ਦਾ ਉਹ ਖਜ਼ਾਨਾ ਜਿਹੜਾ ਲੁੱਟ ਲਿਆ ਕਰਦੇ ਸਨ। ਤਰ੍ਹਾਂ ਜ਼ਕਰੀਆ ਖਾਨ ਬੜਾ ਹੈਰਾਨ ਹੋਇਆ ਤੇ ਜਿਹੜੇ ਭਾਈ ਸੁਬੇਗ ਸਿੰਘ ਸਨ ਉਹ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਨੌਕਰੀ ਕਰਦੇ ਸੀ। ਹੁਣ ਉਸ ਸਮੇਂ ਉਹ ਬਾਦਸ਼ਾਹ ਸਨ, ਭਾਈ ਸੁਬੇਗ ਸਿੰਘ ਵਕੀਲ ਸਨ ਅਤੇ ਜ਼ਕਰੀਆ ਖਾਨ ਨੇ ਉਹਨਾਂ ਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਨੌਕਰੀ ਕਰਨ ਵਾਸਤੇ ਰੱਖਿਆ ਹੋਇਆ ਸੀਗਾ ਵੀ ਤਾਂ ਜੋ ਮੁਸ਼ਕਲ ਸਮੇਂ ਅਸੀਂ ਇਹਨਾਂ ਦੀ ਸਹਾਇਤਾ ਲੈ ਸਕੀਏ। ਤੇ ਇਸੇ ਤਰ੍ਹਾਂ ਹੀ ਹੁਣ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਨੂੰ ਬੁਲਾਇਆ ਅਤੇ ਬੁਲਾ ਕੇ ਕਿਹਾ ਤੇ ਸਾਨੂੰ ਤੁਹਾਡੇ ਤੱਕ ਤੇ ਤੁਹਾਡੇ ਧਰਮ ਤੱਕ ਕੰਮ ਹੈ, ਇਸ ਕਰਕੇ ਸਾਡਾ ਇਹ ਕਰਮ ਕਰਨਾ ਕਰੋ। ਜ਼ਕਰੀਆ ਖਾਨ ਨੇ ਰਾਜਨੀਤੀ ਖੇਡੀ ਵੀ ਸਿੱਖਾਂ ਨੂੰ ਬੜਾ ਕੱਟ ਵੱਢ ਕੇ ਵੇਖ ਲਿਆ, ਬੜੇ ਤਸੀਹੇ ਦੇ ਰਹੇ, ਸਿੱਖ ਖਤਮ ਨਹੀਂ ਹੋ ਰਹੇ ਤੇ ਇਹਨਾਂ ਨੂੰ ਹੁਣ ਇਹੋ ਜਿਹੀ ਚੀਜ਼ ਭੇਟ ਕੀਤੀ ਜਾਵੇ ਤੇ ਤਾਂ ਕਿ ਇਹਨਾਂ ਵਿੱਚ ਵੰਡ ਪੈ ਜਾਵੇ। ਤੇ ਜ਼ਕਰੀਆ ਖਾਨ ਨੇ ਰਾਜਨੀਤੀ ਵਰਤੀ ਤੇ ਸੋਚਿਆ, ਸੁਬੇਗ ਸਿੰਘ ਨੂੰ ਕਿਹਾ ਵੀ ਮੇਰਾ ਸਿੱਖਾਂ ਦੇ ਨਾਲ ਸੁਲ੍ਹਾ ਕਰਵਾਓ ਤਾਂ ਜੋ ਮੈਂ ਸਿੱਖਾਂ ਦੇ ਨਾਲ ਸੁਲ੍ਹਾ ਕਰ ਸਕਾਂ। ਕਹਿੰਦੇ ਮੇਰੇ ਵੱਲੋਂ ਇਹ 1 ਲੱਖ ਰੁਪਈਆ ਅਤੇ ਇਹ ਬਾਦਸ਼ਾਹੀ ਜਿਹੜੀ ਨਵਾਬੀ ਹੈ ਇਹ ਮੈਂ ਉਹਨਾਂ ਨੂੰ ਭੇਟ ਕਰ ਦਾਂਗਾ, ਇਹ ਲੈ ਕੇ ਤੁਸੀਂ ਸਿੱਖਾਂ ਕੋਲੇ ਜਾਓ। ਭਾਈ ਸੁਬੇਗ ਸਿੰਘ ਕਹਿੰਦੇ ਸਿੱਖਾਂ ਨੇ ਇੱਦਾਂ ਨਹੀਂ ਮੰਨਣਾ, ਕਹਿੰਦੇ ਉਹਨਾਂ ਨੇ ਇਹ ਤੁਹਾਡਾ 1 ਲੱਖ ਰੁਪਈਆ ਤੇ ਇਹ ਨਵਾਬੀ ਨਹੀਂ ਮੰਨਣੀ, ਕਹਿੰਦੇ ਬਸ ਇੰਨੀ ਕੀ
ਤੇ ਹੁਣ ਜ਼ਕਰੀਆ ਖਾਨ ਲੱਗਾ ਵੀ ਕਿਤੇ ਬੜਾ ਕੁਝ ਦੇ ਰਿਹਾ, ਵੀ 1 ਲੱਖ ਰੁਪਈਆ ਦੇ ਰਿਹਾ ਤੇ ਨਵਾਬੀ ਦੇ ਰਿਹਾ। ਹੁਣ ਜਦੋਂ ਸਵੇਗ ਸਿੰਘ ਨੇ ਕਿਹਾ ਵੀ ਬਸ ਇਹਨਾਂ ਕੀ, ਤਾਂ ਭਾਈ ਜ਼ਕਰੀਆ ਖਾਨ ਨੇ ਕਿਹਾ ਵੀ ਹੋਰ ਕੀ ਚਾਹੀਦਾ, ਵੀ ਕਿਸ ਤਰ੍ਹਾਂ ਸਿੱਖ ਮੰਨਣਗੇ। ਤਾਂ ਜਦੋਂ ਇਹ ਕਿਹਾ ਤਾਂ ਸਵੇਗ ਸਿੰਘ ਨੇ ਕਿਹਾ, ਕਹਿੰਦੇ ਤੁਸੀਂ ਇੱਦਾਂ ਕਰੋ ਵੀ ਜਿਹੜੇ ਗੁਰੂਦੁਆਰੇ ਨੇ ਉਹਨਾਂ ਗੁਰਦੁਆਰਿਆਂ ਦਾ ਜਿਹੜਾ ਸਾਂਭ ਸੰਭਾਲ ਹੈ ਉਹ ਸਿੱਖਾਂ ਨੂੰ ਦੇ ਦੇਵੋ, ਅਤੇ ਉਹਨਾਂ ਦੀ ਸੰਭਾਲ ਕਰਨ ਵਾਸਤੇ ਉਹਨਾਂ ਦੇ ਨਾਲ ਜ਼ਗੀਰਾਂ ਵੀ ਲਾ ਦੇਵੋ, ਤਾਂ ਕਿ ਉਹ ਪ੍ਰਬੰਧ ਚੰਗਾ ਕਰ ਸਕਣ। ਕਹਿੰਦੇ ਹੋ ਸਕਦਾ ਫਿਰ ਉਹ ਤੁਹਾਡੀ ਇਹ ਜਿਹੜਾ ਤੋਹਫਾ ਹੈ ਇਹ ਨਵਾਬੀ ਕਬੂਲ ਕਰ ਲੈਣ। ਜਦੋਂ ਇੱਦਾਂ ਕਿਹਾ ਤੇ ਜ਼ਕਰੀਆ ਖਾਨ ਨੇ ਫਿਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਉਹ ਜ਼ਗੀਰ ਲਾ ਕੇ ਉਹਨੂੰ ਭੇਜੀ ਗਈ। ਤੇ ਜਦੋਂ ਸਵੇਗ ਸਿੰਘ ਉਹ ਨਵਾਬੀ ਲੈ ਕੇ ਸਿੱਖਾਂ ਦੇ ਕੋਲ ਪਹੁੰਚਿਆ, ਉਸ ਸਮੇਂ ਮਿਸਲਾਂ ਦੇ ਜਿਹੜੇ ਆਗੂ ਸਨ ਉਹ ਸਰਦਾਰ ਦਰਬਾਰਾ ਸਿੰਘ ਜੀ ਸਨ, ਤੇ ਦਰਬਾਰਾ ਸਿੰਘ ਕੋਲ ਲੈ ਕੇ ਗਿਆ ਹੈ। ਕਹਿਣ ਲੱਗਾ ਵੀ ਜ਼ਕਰੀਆ ਖਾਨ ਦੇ ਕੋਲੋਂ ਇਹ ਨਵਾਬੀ ਆਈ ਆ। ਤੇ ਪਹਿਲਾਂ ਦਰਬਾਰਾ ਸਿੰਘ ਨੇ ਕਿਹਾ ਵੀ ਇਹ ਜਿਹੜੀ ਨਵਾਬੀ ਇਹ ਸਾਨੂੰ ਖੈਰਤ ਕਿ ਇਹਨਾਂ ਦੀ ਕਬੂਲ ਨਹੀਂ ਹੈ। ਤੇ ਬਾਅਦ ਦੇ ਵਿੱਚ ਦਰਬਾਰਾ ਸਿੰਘ ਨੇ ਸਵੇਗ ਸਿੰਘ ਕਹਿੰਦਾ ਵੀ ਤੂੰ ਪਹਿਲਾਂ ਇੱਕ ਵਾਰ ਆਪਣੇ ਸਿੱਖਾਂ ਦੇ ਨਾਲ ਰਾਏ ਕਰੋ ਤੇ ਫਿਰ ਮੈਨੂੰ ਦੱਸਣ ਦੇਣਾ। ਦਰਬਾਰਾ ਸਿੰਘ ਨੇ ਬਾਕੀ ਦੇ ਸਿੰਘਾਂ ਨੂੰ ਬੁਲਾ ਕੇ ਜਦੋਂ ਉਹਨਾਂ ਦੇ ਨਾਲ ਰਾਏ ਕੀਤੀ ਤੇ ਉਹ ਸਿੰਘ ਕਹਿਣ ਲੱਗੇ ਵੀ ਅਸੀਂ ਉਸ ਮੁਗਲ ਦੀ ਜਿਹੜਾ ਸਾਡੇ ਸਿੱਖ ਧਰਮ ਨੂੰ ਖਤਮ ਕਰ ਰਿਹਾ ਉਹਦੀ ਅਸੀਂ ਨਵਾਬੀ ਕਬੂਲ ਨਹੀਂ ਕਰ ਸਕਦੇ, ਸਾਨੂੰ ਉਹਦੀ ਨਵਾਬੀ ਦੀ ਲੋੜ ਨਹੀਂ ਹੈ। ਤੇ ਨਾਲੇ ਕਹਿੰਦੇ ਵੀ ਇਹ ਸਵੇਗ ਸਿੰਘ ਤਾਂ ਜਿਹੜਾ ਸਾਨੂੰ ਸਿੱਖਾਂ ਨੂੰ ਖਤਮ ਕਰ ਰਿਹਾ ਉਹਦੇ ਰਾਜ ਦਰਬਾਰ ਵਿੱਚ ਡਿਊਟੀ ਕਰਦਾ ਪਿਆ ਹੈ, ਵੀ ਇਹ ਤਾਂ ਉਹਨਾਂ ਦੇ ਨਾਲ ਮਿਲਿਆ ਹੋਇਆ, ਇਸ ਕਰਕੇ ਉਹਦੀ ਅਸੀਂ ਗੱਲ ਬਾਅਦ ਦੇ ਵਿੱਚ ਸੁਣਾਂਗੇ, ਪਹਿਲਾਂ ਉਹਨੂੰ ਤਨਖਾਹ ਲਾਈ ਜਾਵੇ ਵੀ ਜਿਹੜਾ ਸਾਨੂੰ ਖਤਮ ਕਰ ਰਿਹਾ ਉਹ ਉਹਦੇ ਦਰਬਾਰ ਦੇ ਵਿੱਚ ਡਿਊਟੀ ਕਰਦਾ ਪਿਆ ਹੈ। ਤਾਂ ਕਹਿੰਦੇ ਸਵੇਗ ਸਿੰਘ ਨੂੰ ਉਸ ਸਮੇਂ ਪਹਿਲਾਂ ਤਨਖਾਹ ਲਾਈ ਗਈ ਤੇ ਫਿਰ ਕਹਿੰਦੇ ਇੱਕ ਵਾਰ ਆਪਾਂ ਸਵੇਗ ਸਿੰਘ ਨਾਲ ਗੱਲ ਕਰਦੇ ਹਾਂ। ਤੇ ਜਦੋਂ ਦਰਬਾਰਾ ਸਿੰਘ ਤੇ ਹੋਰ ਸਿੰਘਾਂ ਦੇ ਸਾਹਮਣੇ ਸਵੇਗ ਸਿੰਘ ਆਏ ਤਾਂ ਸਵੇਗ ਸਿੰਘ ਨੇ ਉਹਨਾਂ ਨੂੰ ਦੱਸਣਾ ਕੀਤਾ ਵੀ ਸਾਡੀ ਜਿਹੜੀ ਸਿੱਖ ਕੌਮ ਆ ਉਹ ਹੁਣ ਖਿੰਡੀ ਪਈ ਹੈਗੀ, ਵੀ ਤੁਸੀਂ ਇੱਦਾਂ ਕਰੋ ਵੀ ਇਹ ਜਿਹੜਾ ਰਾਜ ਪ੍ਰਬੰਧ ਹੈ ਇਹ ਲਵੋ ਤੇ ਇਹਦੇ ਜ਼ਰੀਏ ਤੁਸੀਂ ਸਿੱਖ ਕੌਮ ਨੂੰ ਇੱਕ ਇਕੱਠਾ ਕਰੋ, ਤਾਂ ਕਿ ਖਿੰਡੀ ਸਿੱਖ ਕੌਮ ਇਕੱਠੀ ਹੋ ਸਕੇ ਤੇ ਇੱਕ ਵੱਡੀ ਕਹਿੰਦੇ ਤੁਸੀਂ ਰਾਜਨੀਤੀ ਅਨੁਸਾਰ ਇੱਕ ਕੌਮ ਨੂੰ ਤਿਆਰ ਕਰੋ, ਤਾਂ ਕਿ ਤੁਸੀਂ ਵੀ ਅੱਗੇ ਉਹਨਾਂ ਦਾ ਬਦਲਾ ਲੈ ਸਕੋ। ਜੋ ਸੋਚਦੇ ਨੇ ਵੀ ਇਹ ਜਿਹੜੀ ਜ਼ਗੀਰ ਸਾਨੂੰ ਦੇ ਰਿਹਾ ਇਹਦੇ ਪਿੱਛੇ ਰਾਜਨੀਤੀ ਹੋਣੀ। ਤੇ ਭਾਈ ਸਵੇਗ ਸਿੰਘ ਕਹਿੰਦਾ ਜਿੰਨਾ ਸਮਾਂ ਉਹ ਠੀਕ ਚੱਲਣਗੇ ਉਨਾ ਸਮਾਂ ਤੁਸੀਂ ਚੱਲ ਲਿਓ, ਤੇ ਨਹੀਂ ਜਿਹੜਾ ਰਸਤਾ ਤੁਸੀਂ ਹੁਣ ਅਪਣਾਉਣ ਨੂੰ ਫਿਰ ਤੋਂ ਇਹ ਫਿਰ ਅਪਣਾ ਲਿਓ, ਵੀ ਜੋ ਰਸਤਾ ਹੁਣ ਤੁਸੀਂ ਵਰਤ ਰਹੇ ਹੋ ਇਹ ਤਾਂ ਬਾਅਦ ਦੇ ਵਿੱਚ ਵੀ ਵਰਤਿਆ ਜਾ ਸਕਦਾ, ਵੀ ਪਹਿਲਾਂ ਤੁਸੀਂ ਇਹ ਜ਼ਗੀਰਾਂ ਲੈ ਕੇ ਸਿੱਖ ਕੌਮ ਨੂੰ ਇੱਕ ਇਕੱਤਰਤਾ ਕਰੋ। ਤੇ ਜਦੋਂ ਇਹ ਗੱਲ ਕੀਤੀ ਤਾਂ ਉਹਨਾਂ ਨੇ ਉਹ ਜਿਹੜੀ ਨਵਾਬੀ ਸੀ ਫਿਰ ਦੇਖਣਾ ਵੀ ਕਿਹਨੂੰ ਇਹ ਨਵਾਬੀ ਦਿੱਤੀ ਜਾਵੇ। ਤਾਂ ਕਹਿੰਦੇ ਜਦੋਂ ਨਵਾਬੀ ਦੇਣ ਬਾਰੇ ਸੋਚਿਆ ਤਾਂ ਉਹਦੇ ਵਿੱਚ ਨਵਾਬ ਕਪੂਰ ਸਿੰਘ ਦਾ ਨਾਮ ਲਿਆ ਉਹਨਾਂ ਨੇ, ਤੇ ਕਹਿੰਦੇ ਇਹ ਜਿਹੜੀ ਨਵਾਬੀ ਆ ਉਹ ਅਸੀਂ ਨਵਾਬ ਕਪੂਰ ਸਿੰਘ ਨੂੰ ਦਿੰਦੇ ਹਾਂ। ਤੇ ਨਵਾਬ ਕਪੂਰ ਸਿੰਘ ਜਿਹੜੇ ਉਹ ਉਸ ਸਮੇਂ ਲੰਗਰ ਦੇ ਵਿੱਚ ਪੱਖਾ ਝੱਲਣ ਦੀ ਤੇ ਲੰਗਰ ਦੀ ਸੇਵਾ ਕਰਿਆ ਕਰਦੇ ਸੀ। ਤੇ ਨਵਾਬ ਕਪੂਰ ਸਿੰਘ ਨੂੰ ਬੁਲਾਇਆ ਗਿਆ ਅਤੇ ਬੁਲਾ ਕੇ ਕਿਹਾ ਕਹਿੰਦੇ ਤੁਹਾਨੂੰ ਨਵਾਬੀ ਦੇਣ ਲੱਗੇ ਹਾਂ। ਨਵਾਬ ਕਪੂਰ ਸਿੰਘ ਨੇ ਹੱਥ ਜੋੜ ਕੇ ਕਿਹਾ ਕਹਿੰਦੇ ਜੋ ਤੁਹਾਡਾ ਹੁਕਮ ਹੈ ਸਾਨੂੰ ਪ੍ਰਵਾਨ ਹੈ। ਤੇ ਉਸ ਸਮੇਂ ਕਹਿੰਦੇ ਉਹਨਾਂ 5 ਪਿਆਰਿਆਂ ਨੇ ਜਿਹੜੀ ਉਹ ਨਵਾਬੀ ਸੀ ਨਾ ਉਹ ਪੈਰਾਂ ਦੇ ਨਾਲ ਸੁਹਾ ਕੇ ਫਿਰ ਨਵਾਬ ਕਪੂਰ ਸਿੰਘ ਨੂੰ ਦਿੱਤੀ ਸੀ। ਕਹਿਣ ਦਾ ਮਤਲਬ ਸੀ ਵੀ ਇਹ ਜਿਹੜੀ ਨਵਾਬੀ ਉਹ ਸਿੱਖਾਂ ਦੇ ਪੈਰਾਂ ਦੇ ਵਿੱਚ ਬਰਾਬਰੀ ਹੈ, ਕਿ ਇਹ ਕੋਈ ਸਿਰ ਦੀ ਵੱਡੀ ਲੋੜ ਨਹੀਂ ਹੈ, ਇਹ ਬੜੀ ਵੱਡੀ ਚੀਜ਼ ਨਹੀਂ ਹੈ ਵੀ ਜਿਹਨੂੰ ਅਸੀਂ ਚੁੱਕ ਕੇ ਸਿਰ 'ਤੇ ਰੱਖ ਲਈਏ ਵੀ ਖੁਸ਼ ਹੋਈਏ ਸਾਨੂੰ ਨਵਾਬੀ ਮਿਲ ਗਈ। ਕਹਿੰਦੇ ਇਸ ਕਰਕੇ ਉਹਨਾਂ 5 ਪਿਆਰਿਆਂ ਨੇ ਉਹ ਨਵਾਬੀ ਨੂੰ ਪੈਰਾਂ ਦੇ ਨਾਲ ਸੁਹਾ ਕੇ ਫਿਰ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ ਸੀ। ਤੇ ਜੇ ਅੱਜ ਦੀ ਗੱਲ ਕਰੀਏ, ਅੱਜ ਕਿਸੇ ਨੂੰ ਕੋਈ ਛੋਟੀ ਜਿਹੀ ਕਿਤੇ ਦਰਬਾਰ ਦੇ ਵਿੱਚ ਕਿਤੇ ਸਰਕਾਰੀ ਕੋਈ ਡਿਊਟੀ ਵੀ ਮਿਲ ਜਾਵੇ ਤੇ ਉਹ ਵਿਅਕਤੀ ਉਹ ਕਾਗਜ਼ਾਂ ਨੂੰ ਚੁੱਕ ਕੇ ਬਾਰ-ਬਾਰ ਮੱਥੇ ਨੂੰ ਲਾਉਂਦਾ, ਉਹ ਵਿਅਕਤੀ ਦਿਵਾਉਣ ਵਾਲੇ ਦੇ ਪੈਰਾਂ ਵਿੱਚ ਡਿੱਗਦਾ ਵੀ ਮੈਨੂੰ ਪਤਾ ਨਹੀਂ ਕਿੱਡੀ ਕੁ ਡਿਊਟੀ ਮਿਲ ਗਈ। ਤੇ ਉਹ ਇਤਿਹਾਸ ਭੁੱਲ ਹੀ ਗਏ ਜਿਹੜੇ ਐਡੀਆਂ ਨਵਾਬੀਆਂ ਨੂੰ ਆਪਣੇ ਪੈਰਾਂ ਨਾਲ ਸੁਹਾ ਕੇ ਫਿਰ ਅੱਗੇ ਦਿੰਦੇ ਸਨ। ਤੇ ਜਦੋਂ ਕਦੇ ਉਹਨਾਂ ਨੂੰ ਉਹ ਨਵਾਬੀ ਦੇ ਦਿੱਤੀ ਗਈ ਤੇ ਨਵਾਬ ਕਪੂਰ ਸਿੰਘ ਨੇ ਕਿਹਾ ਵੀ ਤੁਸੀਂ ਨਵਾਬੀ ਤਾਂ ਲਵਾਂਗਾ ਵੀ ਜੇ ਤੁਸੀਂ ਮੈਨੂੰ ਸੇਵਾ ਕਰਨ ਤੋਂ ਨਹੀਂ ਰੋਕੋਗੇ।
ਹੁਣ ਦੇਖੋ ਵੀ ਨਵਾਬੀ ਲੈ ਕੇ ਵੀ ਇੰਨੀ ਨਿਮਰਤਾ ਕੀ ਉਹਨਾਂ ਦੇ ਵਿੱਚ, ਤੇ ਅੱਜ ਕਿਸੇ ਨੂੰ ਛੋਟੀ ਜਿਹੀ ਕੋਈ ਵੱਡੀ ਜੌਬ ਵੀ ਮਿਲ ਜਾਵੇ ਉਹ ਤਾਂ ਵੀ ਕੰਮ ਕਰਨ ਨੂੰ ਪਿੱਛੇ ਹਟ ਜਾਂਦਾ ਹੈ। ਕਹਿੰਦੇ ਨਵਾਬੀ ਤਾਂ ਲਵਾਂਗੇ ਜੇ ਇਸੇ ਤਰ੍ਹਾਂ ਹੀ ਮੈਂ ਲੰਗਰ ਦੇ ਵਿੱਚ ਸੇਵਾ ਕਰਾਂਗਾ, ਪੱਖਾ ਚੱਲਾਂਗਾ, ਕਿਤੇ ਕੱਲ੍ਹ ਨੂੰ ਤੁਸੀਂ ਇਹ ਕਹਿ ਦੇਵੋ ਹੁਣ ਤੁਸੀਂ ਨਵਾਬ ਬਣ ਕੇ ਹੋ, ਹੁਣ ਪੱਖਾ ਨਹੀਂ ਚੱਲਣਾ, ਲੰਗਰ ਦੇ ਵਿੱਚ ਸੇਵਾ ਨਹੀਂ ਕਰਨੀ। ਕਹਿੰਦੇ ਇਹ ਕੰਮ ਤੋਂ ਮੈਨੂੰ ਰੋਕੋਗੇ ਨਹੀਂ, ਤਾਂ ਕਰਕੇ ਮੈਂ ਕਹਿੰਦੇ ਸੀ ਨਵਾਬੀ ਲਵਾਂਗੇ। ਫਿਰ ਨਵਾਬ ਕਪੂਰ ਸਿੰਘ ਨੂੰ ਉਹ ਜਿਹੜੀ ਨਵਾਬੀ ਸੀ ਦਿੱਤੀ ਗਈ, ਅਤੇ ਭਾਈ ਸਵੇਗ ਸਿੰਘ ਦੇ ਜਿਹੜੇ ਸਪੁੱਤਰ ਸਨ ਸ਼ਾਹਬਾਜ਼ ਸਿੰਘ, ਉਹਨਾਂ ਦੀ ਉਮਰ ਉਸ ਸਮੇਂ ਤਕਰੀਬਨ ਕਹਿੰਦੇ 18 ਕੁ ਸਾਲ ਦੀ ਉਮਰ ਸੀ। ਭਾਈ ਸ਼ਾਹਬਾਜ਼ ਸਿੰਘ ਨੂੰ ਉਸ ਸਮੇਂ ਕਾਜੀ ਦੇ ਕੋਲ ਫਾਰਸੀ ਪੜ੍ਹਨ ਵਾਸਤੇ ਭੇਜਿਆ ਜਾਂਦਾ ਸੀ, ਤੇ ਜਦੋਂ ਇਤਿਹਾਸ ਦੇ ਵਿੱਚ ਪੜ੍ਹਨਾ ਕਰਦੇ ਕਹਿੰਦੇ ਭਾਈ ਸ਼ਾਹਬਾਜ਼ ਸਿੰਘ ਦਾ ਬੜਾ ਉੱਚਾ ਲੰਮਾ ਕੱਦ ਸੀ, ਭਾਰਾ ਸਰੀਰ ਸੀ ਭਾਈ ਸ਼ਾਹਬਾਜ਼ ਸਿੰਘ ਦਾ, ਅਤੇ ਬੜਾ ਹੀ ਸੁੰਦਰ ਸਰੂਪ ਸੀ। ਤੇ ਜੋ ਵੀ ਵਿਅਕਤੀ ਕਹਿੰਦੇ ਸ਼ਾਹਬਾਜ਼ ਸਿੰਘ ਨੂੰ ਵੇਖਦਾ ਸੀ ਤੇ ਉਹਨੂੰ ਵੇਖਦਾ ਹੀ ਰਹਿ ਜਾਂਦਾ ਸੀ, ਇੰਨਾ ਸੁੰਦਰ ਉਹਦਾ ਸਰੀਰ ਸੀ। ਤੇ ਜਦੋਂ ਉਹ ਕਾਜੀ ਦੇ ਕੋਲ ਹਰ ਰੋਜ਼ ਫਾਰਸੀ ਪੜ੍ਹਨ ਜਾਇਆ ਕਰੇ, ਕਹਿੰਦੇ ਕਾਜੀ ਵੀ ਉਹਦੇ ਵੱਲ ਵੇਖ ਕੇ ਹੈਰਾਨ ਹੋ ਜਾਇਆ ਕਰੇ ਵੀ ਇੰਨਾ ਸੋਹਣਾ ਬੱਚਾ ਏ, ਵੀ ਇੰਨਾ ਸੋਹਣਾ ਨੌਜਵਾਨ ਹੈ, ਇਹਦੇ ਕੋਲ ਗਿਆਨ ਵੀ ਹੈ ਤੇ ਸ਼ਕਲ ਸੂਰਤ ਵੀ ਇੰਨੀ ਸੋਹਣੀ ਆ। ਤੇ ਕਹਿੰਦੇ ਕਾਜੀ ਨੇ ਬੈਠੇ ਬੈਠੇ ਨੇ ਸੋਚਿਆ ਵੀ ਕਿਉਂ ਨਾ ਮੈਂ ਆਪਣੀ ਲੜਕੀ ਦਾ ਨਿਕਾਹ ਇਹਦੇ ਨਾਲ ਕਰ ਦੇਵਾਂ। ਆਪਣੇ ਮਨ ਦੇ ਵਿੱਚ ਸੋਚਦਾ ਵੀ ਮੈਂ ਆਪਣੀ ਲੜਕੀ ਦਾ ਵਿਆਹ ਇਹ ਸ਼ਾਹਬਾਜ਼ ਸਿੰਘ ਨਾਲ ਕਰ ਦੇਣਾ, ਤੇ ਫਿਰ ਸੋਚਦਾ ਵੀ ਇਹ ਤਾਂ ਦੂਸਰੇ ਧਰਮ ਦਾ ਏ। ਤੇ ਹੁਣ ਕਾਜੀ ਨੇ ਮਨ ਦੇ ਵਿੱਚ ਚਾਲ ਚੱਲੀ ਵੀ ਇੰਜ ਕਰਦਾ ਵੀ ਇਹਨੂੰ ਆਪਣੇ ਧਰਮ ਦੇ ਵਿੱਚ ਲੈ ਆਉਣਾ, ਤੇ ਫਿਰ ਇਹਦੇ ਨਾਲ ਆਪਣੀ ਲੜਕੀ ਦਾ ਨਿਕਾਹ ਕਰ ਦੇਵਾਂਗਾ। ਤੇ ਹੁਣ ਜਦੋਂ ਭਾਈ ਸ਼ਾਹਬਾਜ਼ ਸਿੰਘ ਹਰ ਰੋਜ਼ ਦੀ ਤਰ੍ਹਾਂ ਉਹ ਕਾਜੀ ਦੇ ਕੋਲ ਫਾਰਸੀ ਪੜ੍ਹਨ ਜਾਇਆ ਕਰਨ, ਤੇ ਕਾਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਜ ਕਰੋ, ਸਾਡਾ ਧਰਮ ਕਬੂਲ ਕਰ ਲਵੋ ਤੇ ਅਸੀਂ ਆਪਣੀ ਲੜਕੀ ਦਾ ਨਿਕਾਹ ਤੁਹਾਡੇ ਨਾਲ ਕਰ ਦੇਵਾਂਗੇ। ਤੇ ਹੁਣ ਭਾਈ ਸ਼ਾਹਬਾਜ਼ ਸਿੰਘ ਜਿਹਨੇ ਸਿੱਖ ਧਰਮ ਦਾ ਪੜ੍ਹਿਆ ਹੋਇਆ ਸੀਗਾ, ਤੇ ਕਾਜੀ ਨੇ ਆਪਣੇ ਧਰਮ ਦੀਆਂ ਬੜੀਆਂ ਹੀ ਸਹੂਲਤਾਂ ਦੱਸੀਆਂ ਵੀ ਸਾਡੇ ਧਰਮ ਦੇ ਵਿੱਚ ਆਹ ਵੀ ਹੈ, ਸਾਡੇ ਧਰਮ ਦੇ ਵਿੱਚ ਆਹ ਕੁਝ ਵੀ ਹੈ। ਤੇ ਜਦੋਂ ਕਹਿੰਦੇ ਭਾਈ ਸ਼ਾਹਬਾਜ਼ ਸਿੰਘ ਨੇ ਸਿੱਖ ਧਰਮ ਬਾਰੇ ਦੱਸਿਆ ਤੇ ਕਾਜੀ ਹੱਕਾ ਬੱਕਾ ਰਹਿ ਗਿਆ, ਕਹਿੰਦੇ ਸਾਡੇ ਧਰਮ ਦੇ ਵਿੱਚ ਆਹ ਕੁਝ ਵੀ ਹੈ। ਜਦੋਂ ਭਾਈ ਸ਼ਾਹਬਾਜ਼ ਸਿੰਘ ਨੇ ਕਾਜੀ ਦੀ ਗੱਲ ਨਾ ਮੰਨੀ, ਉਹਨਾਂ ਦੀ ਗੱਲ ਤੋਂ ਇਨਕਾਰ ਕਰ ਦਿੱਤਾ, ਤਾਂ ਕਾਜੀ ਨੇ ਕੀਤਾ ਉਸ ਸਮੇਂ ਆਪਣੇ ਕੋਲੋਂ ਝੂਠੀਆਂ ਮੁੱਠੀਆਂ ਗੱਲਾਂ ਲਾ ਕੇ ਜ਼ਕਰੀਆ ਖਾਨ ਕੋਲ ਜਾ ਕੇ ਕਿਹਾ, ਕਹਿੰਦੇ ਇਹ ਦੋਵੇਂ ਪਿਓ ਪੁੱਤਰਾਂ ਨੇ ਸਾਡੇ ਧਰਮ ਦੀ ਤੋਹੀਨ ਕੀਤੀ ਆ, ਸਾਡੇ ਧਰਮ ਦੇ ਬਾਰੇ ਗਲਤ ਬੋਲਿਆ, ਤੋਹੀਨ ਕਰਦੇ ਪਿਆ ਸਾਡੇ ਧਰਮ ਦੀ, ਇਸ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤੇ ਜ਼ਕਰੀਆ ਖਾਨ ਨੂੰ ਜਦੋਂ ਇੱਦਾਂ ਦੀਆਂ ਝੂਠੀਆਂ ਗੱਲਾਂ ਲਾ ਕੇ ਕਾਜੀ ਨੇ ਦੱਸਿਆ, ਤੇ ਜ਼ਕਰੀਆ ਖਾਨ ਨੇ ਦੋਵਾਂ ਸਵੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਜਦੋਂ ਕਚਹਿਰੀ ਦੇ ਵਿੱਚ ਬੁਲਾਇਆ ਗਿਆ, ਤੇ ਕਚਹਿਰੀ ਵਿੱਚ ਬੁਲਾ ਕੇ ਹੁਣ ਕਿਉਂਕਿ ਕਾਜੀ ਦੇ ਮਨ ਦੇ ਵਿੱਚ ਖੋਟ ਸੀਗੀ, ਉਹਨੇ ਉਹ ਪੱਖ ਨਹੀਂ ਜ਼ਕਰੀਆ ਖਾਨ ਕੋਲ ਦੱਸਿਆ ਜੋ ਸਵੇਗ ਸਿੰਘ ਦਾ ਚੰਗਾ ਪੱਖ ਸੀ, ਕਿਉਂਕਿ ਉਹਨਾਂ ਦਾ ਚੰਗਾ ਪੱਖ ਵੀ ਸੀ ਨਾ, ਤਾਂ ਕਰਕੇ ਉਹ ਰਾਜ ਦਰਬਾਰ ਦੇ ਵਿੱਚ ਡਿਊਟੀ ਕਰਦੇ ਸਨ। ਹੁਣ ਉਹ ਪੱਖ ਲੁਕਾ ਕੇ ਉਹਨਾਂ ਨੇ ਇਹ ਪੱਖ ਉਹਦੇ ਸਾਹਮਣੇ ਪੇਸ਼ ਕੀਤਾ ਵੀ ਇਹਨਾਂ ਨੇ ਸਾਡੇ ਧਰਮ ਦੀ ਤੋਹੀਨ ਕੀਤੀ ਆ। ਤੇ ਜਦੋਂ ਜ਼ਕਰੀਆ ਖਾਨ ਨੇ ਉਹਨਾਂ ਦੋਵਾਂ ਨੂੰ ਦਰਬਾਰ ਦੇ ਵਿੱਚ ਬੁਲਾ ਕੇ ਗੱਲ ਕੀਤੀ ਤੇ ਪੁੱਛਣਾ ਕੀਤਾ, ਕਹਿੰਦੇ ਸਾਡਾ ਧਰਮ ਕਬੂਲ ਕਰਦੇ ਹੋ ਕਿ ਨਹੀਂ? ਤਾਂ ਜ਼ਕਰੀਆ ਖਾਨ ਨੇ ਕਿਹਾ, ਕਹਿੰਦੇ ਜਾਂ ਤਾਂ ਤੁਹਾਨੂੰ ਮੌਤ ਕਬੂਲ ਕਰਨੀ ਪੈਣੀ ਹੈ ਤੇ ਜਾਂ ਸਾਡਾ ਧਰਮ ਕਬੂਲ ਕਰਨਾ ਪੈਣਾ ਹੈ। ਹੁਣ ਜਦੋਂ ਉਹਨਾਂ ਨੇ ਕਹਿੰਦੇ ਦੋਵਾਂ ਪਿਓ ਪੁੱਤਰਾਂ ਨੇ ਧਰਮ ਨੂੰ ਇਨਕਾਰ ਹੋ ਕੇ ਮੌਤ ਨੂੰ ਕਬੂਲ ਕੀਤਾ ਹੈ, ਤਾਂ ਦੋਵਾਂ ਪਿਓ ਪੁੱਤਰਾਂ ਨੂੰ ਫਿਰ ਕੈਦਖਾਨੇ ਦੇ ਵਿੱਚ ਲਿਜਾ ਦਿੱਤਾ ਗਿਆ। ਕੈਦਖਾਨੇ ਦੇ ਵਿੱਚ ਜਦੋਂ ਲੈ ਕੇ ਗਏ ਤੇ ਦੋਵਾਂ ਪਿਓ ਪੁੱਤਰਾਂ ਨੂੰ ਵੱਖ-ਵੱਖ ਕਰ ਦਿੱਤਾ ਵੀ ਤਾਂ ਕਿ ਆਪਸ ਵਿੱਚ ਮਿਲ ਨਾ ਸਕਣ। ਭਾਈ ਸਵੇਗ ਸਿੰਘ ਨੂੰ ਵੱਖਰੀ ਜਗ੍ਹਾ ਤੇ ਰੱਖਿਆ ਗਿਆ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਵੱਖਰੀ ਜਗ੍ਹਾ ਤੇ ਰੱਖਿਆ ਗਿਆ। ਇਸੇ ਸਮੇਂ ਦੌਰਾਨ ਜਦੋਂ ਭਾਈ ਜ਼ਕਰੀਆ ਖਾਨ ਦੀ ਮੌਤ ਹੋ ਜਾਂਦੀ ਹੈ 1745 ਦੇ ਵਿੱਚ, ਤੇ 1746 ਦੇ ਵਿੱਚ ਉਹਨਾਂ ਦੇ ਪੁੱਤਰ ਭਾਈ ਜ਼ਹੀਆ ਖਾਨ ਜੋ ਉਸ ਸਮੇਂ ਉਹਨਾਂ ਦੀ ਪਦਵੀ ਤੇ ਬੈਠਦੇ ਨੇ। ਭਾਈ ਜ਼ਕਰੀਆ ਖਾਨ ਵੀ ਆਪਣੇ ਪਿਓ ਦੀ ਤਰ੍ਹਾਂ ਬੜਾ ਹੀ ਸਿੱਖਾਂ ਦਾ ਕੱਟੜ ਦੁਸ਼ਮਣ ਸੀ, ਤੇ ਇਸੇ ਤਰ੍ਹਾਂ ਹੁਣ ਜਿਹੜਾ ਭਾਈ ਜ਼ਹੀਆ ਖਾਨ ਹੈ
ਉਹ ਵੀ ਜ਼ਕਰੀਆ ਖਾਨ ਦੀ ਤਰ੍ਹਾਂ ਸਿੱਖਾਂ ਦਾ ਬੜਾ ਹੀ ਕੱਟੜ ਵਿਰੋਧੀ ਸੀ। ਉਹ ਵੀ ਸੋਚਦੇ ਮੈਂ ਸਿੱਖ ਧਰਮ ਨੂੰ ਖਤਮ ਕਰ ਦੇਣਾ ਹੈ। ਹੁਣ ਇੱਕ ਤਾਂ ਉਹ ਹੈ ਵਿਰੋਧੀ ਸੀ ਸਿੱਖ ਧਰਮ ਦਾ ਜ਼ਕਰੀਆ ਖਾਨ, ਤੇ ਉੱਪਰੋਂ ਕਾਜੀ ਨੇ ਇੱਦਾਂ ਦੀਆਂ ਗੱਲਾਂ ਨਾਲ ਉਹਨਾਂ ਦੇ ਕੰਨ ਭਰ ਦਿੱਤੇ ਵੀ ਇਹ ਜਿਹੜੇ ਦੋ ਪਿਓ ਪੁੱਤਰ ਨੇ ਇਹਨਾਂ ਨੇ ਬੜਾ ਆਪਣੇ ਧਰਮ ਬਾਰੇ ਬੁਰਾ ਭਲਾ ਬੋਲਿਆ, ਆਪਣੇ ਧਰਮ ਦੀ ਤੋਹੀਨ ਕਰਦੇ ਪਏ ਨੇ। ਜਦੋਂ ਇੱਦਾਂ ਦੀਆਂ ਗੱਲਾਂ ਹੋਈਆਂ ਤਾਂ ਉਹਨਾਂ ਨੂੰ ਫਿਰ ਬੁਲਾਇਆ ਗਿਆ ਤੇ ਪੁੱਛਣਾ ਕੀਤਾ ਵੀ ਸਾਡਾ ਧਰਮ ਕਬੂਲ ਹੈ ਕਿ ਨਹੀਂ। ਤੇ ਜਦੋਂ ਉਹਨਾਂ ਨੇ ਫਿਰ ਧਰਮ ਤੋਂ ਇਨਕਾਰ ਕਰ ਦਿੱਤਾ ਵੀ ਸਾਨੂੰ ਧਰਮ ਨਹੀਂ ਕਬੂਲ ਤੁਹਾਡਾ, ਤੇ ਫਿਰ ਉਹਨਾਂ ਨੂੰ ਕੈਦਖਾਨੇ ਵਿੱਚ ਲਿਜਾਇਆ ਗਿਆ। ਤੇ ਉੱਥੇ ਕੀ ਕਰਦੇ ਸਨ, ਬੜੀ ਰਾਜਨੀਤੀ ਵਰਤਿਆ ਕਰਨ। ਭਾਈ ਸ਼ਾਹਬਾਜ਼ ਸਿੰਘ ਨੂੰ ਜਾ ਕੇ ਕਿਹਾ ਕਰਨ ਵੀ ਤੇਰੇ ਪਿਓ ਨੂੰ ਅਸੀਂ ਖਤਮ ਕਰ ਦਿੱਤਾ ਤੇ ਤੂੰ ਇਕੱਲਾ ਰਹਿ ਗਿਆ, ਤੂੰ ਮੰਨ ਜਾ, ਸਾਡੇ ਧਰਮ ਦੇ ਵਿੱਚ ਆ ਜਾ। ਹੁਣ ਦੋਵਾਂ ਨੂੰ ਵੱਖ-ਵੱਖ ਰੱਖਿਆ ਹੋਇਆ ਸੀ ਤੇ ਸ਼ਾਹਬਾਜ਼ ਸਿੰਘ ਨੂੰ ਕਿਹਾ ਕਰਨ ਤੇਰੇ ਪਿਓ ਨੂੰ ਖਤਮ ਕਰ ਦਿੱਤਾ, ਤੂੰ ਸਾਡੇ ਧਰਮ ਵਿੱਚ ਆ ਜਾ। ਤੇ ਸੁਬੇਗ ਸਿੰਘ ਨੂੰ ਜਾ ਕੇ ਕਿਹਾ ਕਰਨ ਤੇਰਾ ਪੁੱਤਰ ਤਾਂ ਡੋਲ ਗਿਆ ਏ, ਉਹ ਤਾਂ ਸਾਡੇ ਧਰਮ ਵਿੱਚ ਆ ਗਿਆ, ਹੁਣ ਤੂੰ ਵੀ ਸਾਡੇ ਧਰਮ ਵਿੱਚ ਆ ਜਾ। ਇੱਕ ਦੂਸਰੇ ਨੂੰ ਉਹਦੇ ਉਲਟ ਜਾ ਕੇ ਗੱਲ ਦੱਸਿਆ ਕਰਨ ਵੀ ਹੋ ਸਕਦਾ ਵੀ ਦੋਵਾਂ ਵਿੱਚੋਂ ਕੋਈ ਤਾਂ ਡੋਲ ਜਾਵੇ। ਤੇ ਪਰ ਭਾਈ ਸੁਬੇਗ ਸਿੰਘ ਨੂੰ ਪਤਾ ਸੀ ਨਾ ਵੀ ਮੇਰਾ ਪੁੱਤਰ ਨਹੀਂ ਡੋਲ ਸਕਦਾ ਸ਼ਾਹਬਾਜ਼ ਸਿੰਘ, ਕਿਉਂਕਿ ਜਦੋਂ ਸਿੱਖ ਧਰਮ ਵਿੱਚ ਪੜ੍ਹਦੇ ਇੱਥੇ ਤਾਂ 7 ਸਾਲ ਤੇ 9 ਸਾਲ ਦੇ ਨਹੀਂ ਡੋਲੇ। ਉਹਨੂੰ ਪਤਾ ਜੀ ਵੀ ਇੱਥੇ ਤਾਂ 7 ਤੇ 9 ਸਾਲ ਦੇ ਨਹੀਂ ਡੋਲੇ, ਤੇ ਮੇਰਾ ਪੁੱਤ ਤਾਂ ਫਿਰ ਵੀ 18 ਸਾਲਾਂ ਦਾ, ਇਹ ਕਿੱਦੋਂ ਡੋਲ ਜੇਗਾ। ਤੇ ਬਾਅਦ ਦੇ ਵਿੱਚ ਉਹਨਾਂ ਦੋਵਾਂ ਨੂੰ ਜਦੋਂ ਚਰਖੜੀਆਂ ਤੇ ਚਾੜਨ ਦਾ ਹੁਕਮ ਕੀਤਾ ਗਿਆ, ਤੇ ਅੱਜ ਦੇ ਦਿਨ ਜਦੋਂ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜਨ ਦਾ ਹੁਕਮ ਕੀਤਾ ਗਿਆ, ਤੇ ਦੋਵਾਂ ਨੂੰ ਕਹਿੰਦੇ ਜਦੋਂ ਇੱਕ ਦੂਸਰੇ ਦੇ ਸਾਹਮਣੇ ਲਿਆਂਦਾ ਗਿਆ ਤੇ ਦੋਵੇਂ ਉੱਚੀ ਉੱਚੀ ਜਕਾਰੇ ਲਾਉਣ ਲੱਗੇ। ਹੁਣ ਬੜੇ ਲੰਮੇ ਸਮੇਂ ਦੇ ਇੱਕ ਦੂਸਰੇ ਤੋਂ ਵੱਖ ਸਨ। ਜਦੋਂ ਪਿਓ ਪੁੱਤ ਨੇ ਇੱਕ ਦੂਸਰੇ ਨੂੰ ਵੇਖਿਆ ਤੇ ਬੜਾ ਮਨ ਦੇ ਵਿੱਚ ਚਾਅ ਉੱਠਿਆ, ਬੜੇ ਖੁਸ਼ ਹੋਏ ਤੇ ਖੁਸ਼ੀ ਦੇ ਨਾਲ ਜਕਾਰੇ ਵੀ ਲਾਉਂਦੇ ਪਏ ਨੇ। ਤੇ ਚਰਖੜੀਆਂ ਤੇ ਚਾੜਨ ਦਾ ਹੁਕਮ ਕੀਤਾ ਗਿਆ। ਹੁਣ ਜਿਹੜੀਆਂ ਚਰਖੜੀਆਂ ਹੁੰਦੀਆਂ ਨੇ, ਹੁਣ ਉਹ ਚਰਖੜੀ ਇਸ ਹਿਸਾਬ ਨਾਲ ਬਣਾਈ ਸੀ ਵੀ ਇੱਕ ਤਾਂ ਚਰਖੜੀ ਸੀ ਜਿਹੜੀ ਉਹ ਸਾਫ਼ ਸੀ, ਤੇ ਦੂਸਰੀ ਚਰਖੜੀ ਦੇ ਉੱਤੇ ਉਹਨਾਂ ਨੇ ਲੋਹੇ ਦੀਆਂ ਤਿੱਖੀਆਂ ਛੁਰੀਆਂ ਲਾਈਆਂ ਹੋਈਆਂ ਸਨ ਜੋ ਕੁੰਡੀ ਦੀ ਤਰ੍ਹਾਂ ਮੁੜੀਆਂ ਹੁੰਦੀਆਂ ਨੇ। ਤੇ ਦੋਵਾਂ ਨੂੰ ਇੱਦਾਂ ਖਹਿੰਦੇ ਲਾ ਦਿੱਤਾ, ਤੇ ਉਹ ਜਿਹੜੀ ਕੁੰਡੀ ਸੀ ਉਹ ਜਦੋਂ ਸਰੀਰ ਦੇ ਵਿੱਚ ਜਾਂਦੀ ਸੀ ਤੇ ਬਾਅਦ ਦੇ ਵਿੱਚ ਬਾਹਰ ਨਿਕਲਣ ਲੱਗੀ ਸਰੀਰ 'ਚੋਂ ਮਾਸ ਪੁੱਟ ਕੇ ਬਾਹਰ ਲੈ ਕੇ ਆਉਂਦੀ ਸੀ। ਇਹ ਹਿਸਾਬ ਦੇ ਨਾਲ ਉਹ ਇੱਕ ਚਰਖੜੀ ਦੇ ਉੱਤੇ ਉਹਨਾਂ ਨੇ ਉਹ ਲੋਹੇ ਦੀਆਂ ਛੁਰੀਆਂ ਲਾਈਆਂ। ਤੇ ਹੁਣ ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ ਬੰਨਿਆ ਗਿਆ ਤੇ ਉਹ ਚਰਖੜੀ ਹੁਣ ਗੋਲ ਸੀ, ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਫਿਰ ਗੋਲਾਕਾਰ ਬੰਨਿਆ ਗਿਆ। ਤੇ ਜਦੋਂ ਗੋਲਾਕਾਰ ਬੰਨਿਆ ਗਿਆ ਭਾਈ ਸ਼ਾਹਬਾਜ਼ ਸਿੰਘ ਨੂੰ, ਤੇ ਪਹਿਲਾਂ ਸ਼ਾਹਬਾਜ਼ ਸਿੰਘ ਨੂੰ ਇਸ ਕਰਕੇ ਚਰਖੜੀ ਤੇ ਚਾੜਨ ਲੱਗੇ ਨੇ ਵੀ ਹੋ ਸਕਦਾ ਆਪਣੇ ਪੁੱਤਰ ਨੂੰ ਚਰਖੜੀ ਤੇ ਚੜ੍ਹਦੇ ਨੂੰ ਵੇਖ ਕੇ ਪਿਓ ਡੋਲ ਜਾਵੇ। ਹੁਣ ਕਿਉਂਕਿ ਪਿਓ ਦਾ ਪੁੱਤਰ ਦੇ ਨਾਲ ਪਿਆਰ ਹੁੰਦਾ ਹੈ, ਇਸ ਕਰਕੇ ਪਹਿਲਾਂ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚੜ੍ਹਾਇਆ ਗਿਆ ਵੀ ਹੋ ਸਕਦਾ ਵੀ ਪੁੱਤਰ ਨੂੰ ਵੇਖ ਕੇ ਮੋਹ ਦੇ ਵਿੱਚ ਪਿਓ ਡੋਲ ਜਾਵੇ, ਵੀ ਬੜੇ ਲਾਡਾਂ ਪਾਲਾਂ ਨਾਲ ਪਾਲਿਆ ਪੁੱਤਰ ਆਪਣਾ, ਤੇ ਉਮਰ ਵੀ 18 ਸਾਲ ਆ। ਹੁਣ ਗੱਲ ਕਹਿਣੀ ਸੌਖੀ ਆ ਵੀ ਪੁੱਤਰ ਨੂੰ ਸ਼ਹੀਦ ਕਰਵਾ ਦਿੱਤਾ, ਪਰ 18 ਸਾਲ ਦੇ ਨੌਜਵਾਨ ਪੁੱਤਰ ਨੂੰ ਪਿਓ ਸਾਹਮਣੇ ਸ਼ਹੀਦ ਕਰਾਉਣਾ ਬੜਾ ਔਖਾ ਏ। ਸੋਚਦੇ ਨੇ ਵੀ ਇਹ ਡੋਲ ਜਾਵੇਗਾ, ਤੇ ਜਦੋਂ ਨਾ ਡੋਲੇ ਤੇ ਫਿਰ ਵੀ ਖੁਸ਼ ਦੇ ਵਿੱਚ ਨੇ। ਤੇ ਸ਼ਾਹਬਾਜ਼ ਸਿੰਘ ਨੂੰ ਜਦੋਂ ਚਰਖੜੀ ਤੇ ਚਾੜਿਆ ਗਿਆ ਤਾਂ ਜਦੋਂ ਚਰਖੜੀ ਤੇ ਬੰਨ੍ਹ ਕੇ ਉਹ ਚਰਖੜੀ ਨੂੰ ਘੁਮਾਇਆ ਗਿਆ, ਤੇ ਕਹਿੰਦੇ ਜਦੋਂ ਦੰਦੇ ਵੱਜੇ ਤੇ ਚਾਰੇ ਪਾਸੇ ਖੂਨ ਦੇ ਫੁਹਾਰੇ ਉੱਠ ਖੜੇ, ਅਤੇ ਚਰਖੜੀ ਨਸੀਰ 'ਚੋਂ ਉਹ ਸਰੀਰ ਦੀਆਂ ਬੋਟੀਆਂ ਬੂਟੀਆਂ ਕੱਢ ਕੇ ਹਵਾ ਦੇ ਵਿੱਚ ਉਡਾ ਦਿੱਤੀਆਂ, ਤੇ ਸਾਰੇ ਵੇਖਦੇ ਲੋਕ ਹੈਰਾਨ ਹੋ ਗਏ। ਹੁਣ ਦੇਖੋ ਵੀ ਇੰਜ ਸਨ ਜਦੋਂ ਉਹ ਕੁੰਡੀ ਲੋਟ ਸਰੀਰ ਦੇ ਵਿੱਚ ਚੁਭੀਆਂ, ਤੇ ਜਦੋਂ ਬਾਹਰ ਕੱਢੀਆਂ ਕਹਿੰਦੇ ਖੂਨ ਦੇ ਫੁਹਾਰੇ ਉੱਠ ਖੜੇ, ਤੇ ਸਰੀਰ ਦੀਆਂ ਬੋਟੀਆਂ ਬੂਟੀਆਂ ਹਵਾ ਦੇ ਵਿੱਚ ਉਡਾ ਦਿੱਤੀਆਂ। ਤੇ ਜਦੋਂ ਇੱਕ ਚੱਕਰ ਘੁਮਾ ਕੇ ਦੂਸਰੀ ਵਾਰ ਪੁੱਛਦੇ ਆ, ਕਹਿੰਦੇ ਮੰਨ ਜਾਓ, ਹੁਣ ਤਾਂ ਮੰਨ ਜਾਓ। ਕਹਿੰਦੇ ਦੇਖ ਕਿੰਨਾ ਖੂਨ ਨਿਕਲਿਆ, ਕਿੱਦਾਂ ਤੇਰੇ ਪੁੱਤ ਨੂੰ ਕਹਿੰਦੇ ਅਸੀਂ ਸ਼ਹੀਦ ਕਰਨ ਲੱਗੇ ਹਾਂ। ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਜਦੋਂ ਸ਼ਹੀਦ ਕਰਦੇ ਨੇ ਤੇ ਸੁਬੇਗ ਸਿੰਘ ਨੂੰ ਸਾਹਮਣੇ ਖੜਾਇਆ ਜਾਂਦਾ ਹੈ। ਇਸ ਕਰਕੇ ਖੜਾਇਆ ਜਾਂਦਾ ਵੀ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਹੀ ਹੋ ਸਕਦਾ ਡੋਲ ਜੇ। ਤੇ ਜਦੋਂ ਕਾਜੀ ਪੁੱਛਦਾ ਹੈ, ਕਹਿੰਦੇ ਹੁਣ ਤਾਂ ਮੰਨ ਜਾ, ਕਹਿੰਦੇ ਤੂੰ ਤੇਰੀ ਕੁੱਲ ਬਚ ਜੇਗੀ, ਇੱਕ ਪੁੱਤਰ ਆ ਤੇਰਾ।
ਜੇ ਇੱਕ ਪੁੱਤਰ ਹੀ ਖਤਮ ਹੋ ਗਿਆ ਕਹਿੰਦੇ ਤੇਰੀ ਕੁੱਲ ਨਹੀਂ ਰਹਿਣੀ। ਤੇ ਭਾਈ ਸੁਬੇਗ ਸਿੰਘ ਕਹਿੰਦੇ ਨੇ, ਕਹਿੰਦੇ ਅਸੀਂ ਤਾਂ ਜਦੋਂ ਸਾਡੇ ਜਿਹੜੇ ਵੱਡ ਵਡੇਰੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਪੁੱਤਰ ਸਨ, ਕਹਿੰਦੇ ਉਹਨੇ ਚਾਰੋਂ ਵਾਰ ਦਿੱਤੇ ਤੇ ਮੇਰਾ ਤਾਂ ਫਿਰ ਵੀ ਇੱਕ ਪੁੱਤਰ ਆ। ਕਹਿੰਦੇ ਉਹਨਾਂ ਨੇ ਆਪਣੀ ਕੁੱਲ ਨਹੀਂ ਰੱਖੀ, ਹਮਰੇ ਲਈ ਆਪਣੇ ਕੁਲਹਿ ਗਵਾਈ, ਹਮ ਕੁਲ ਰਾਖੀ ਕਿਆ ਵਡਾਈ। ਕਹਿੰਦੇ ਜਿਨ੍ਹਾਂ ਨੇ ਸਾਡੇ ਲਈ ਆਪਣੀ ਕੁੱਲ ਗਵਾ ਦਿੱਤੀ ਤੇ ਜੇ ਅਸੀਂ ਕੁੱਲ ਰੱਖਾਂਗੇ ਕੀ ਵਡਿਆਈ ਹੋਣੀ ਇਹਦੇ ਵਿੱਚ। ਕਹਿੰਦੇ ਉਹਨਾਂ ਨੇ ਸਾਡੇ ਲਈ ਆਪਣੀ ਕੁੱਲ ਗਵਾ ਦਿੱਤੀ ਤੇ ਅਸੀਂ ਉਹਨਾਂ ਲਈ ਆਪਣੀ ਕੁੱਲ ਗਵਾ ਰਹੇ ਹਾਂ। ਤੇ ਜਦੋਂ ਇਹ ਸੁਣਿਆ ਕਹਿੰਦੇ ਉਸ ਕਾਜੀ ਨੇ ਵੀ ਇਹ ਨਹੀਂ ਡੋਲ ਰਹੇ, ਕਹਿੰਦੇ ਮੱਥੇ 'ਤੇ ਤਿਉੜੀਆਂ ਪਾ ਕੇ ਫਿਰ ਗੁੱਸੇ ਦੇ ਵਿੱਚ ਕਿਹਾ ਜਲਾਤਾ ਉਹਨੂੰ ਵੀ ਫਿਰ ਚਰਖੜੀ ਘੁਮਾਓ। ਜਦੋਂ ਫਿਰ ਚਰਖੜੀ ਘੁਮਾਈ ਫਿਰ ਖੂਨ ਦੇ ਫੁਹਾਰੇ ਨਿਕਲੇ ਤੇ ਫਿਰ ਸਰੀਰ ਦੀਆਂ ਬੋਟੀਆਂ ਹਵਾ ਦੇ ਵਿੱਚ ਉਡਾ ਦਿੱਤੀਆਂ। ਫਿਰ ਗੁੱਸੇ ਵਿੱਚ ਆਇਆ, ਤੀਸਰੀ ਵਾਰੀ ਫਿਰ ਕਿਹਾ, ਕਹਿੰਦੇ ਚਰਖੜੀ ਨੂੰ ਘੁਮਾ ਦਿਓ। ਹੁਣ ਜਦੋਂ ਦੋਵਾਂ ਚਰਖੜੀਆਂ ਦੇ ਵਿਚਾਲੇ ਸਰੀਰ ਆਉਂਦਾ ਸੀ ਤੇ ਇੱਦਾਂ ਹੌਲੀ ਹੌਲੀ ਘੁਮਾਉਂਦੇ ਸਨ ਵੀ ਜਿੰਨੀ ਤਕਲੀਫ ਦਿੱਤੀ ਜਾਵੇ ਓਨੀ ਥੋੜ੍ਹੀ ਆ। ਤੇ ਜਦੋਂ ਕਹਿੰਦੇ ਤੀਸਰਾ ਚੱਕਰ ਆਇਆ ਤੇ ਸ਼ਹੀਦ ਹੋਏ ਤੇ ਕਹਿੰਦੇ ਭਾਈ ਸੁਬੇਗ ਸਿੰਘ ਨੇ ਉੱਚੀ ਦਿਨ ਜਕਾਰੇ ਵਜਾ ਦਿੱਤੇ। ਪੁੱਛਦੇ ਆ ਕਹਿੰਦੇ ਤੈਨੂੰ ਜਕਾਰੇ ਕਿਉਂ ਵਜਾਏ? ਕਹਿੰਦੇ ਮੈਂ ਗੁਰੂ ਦੇ ਰਸਤੇ 'ਤੇ ਚੱਲਦਾ। ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ ਤਾਂ ਉਹਨਾਂ ਨੇ ਵੀ ਜਕਾਰੇ ਵਜਾਏ ਸਨ। ਅੱਜ ਮੇਰਾ ਪੁੱਤ ਵੀ ਸ਼ਹੀਦੀ ਪਾ ਗਿਆ, ਮੇਰਾ ਪੁੱਤ ਵੀ ਅੱਜ ਉਸ ਕਤਾਰ ਦੇ ਵਿੱਚ ਆ ਗਿਆ ਜਿਸ ਕਤਾਰ ਦੇ ਵਿੱਚ ਗੁਰੂ ਗੋਬਿੰਦ ਦੇ ਲਾਲ ਨੇ। ਉੱਚੀ ਦੇ ਨੇ ਕਹਿੰਦੇ ਜਕਾਰੇ ਵਜਾ ਦਿੱਤੇ ਤੇ ਸਾਰੇ ਹੈਰਾਨ ਹੋ ਗਏ ਜਦੋਂ ਪੁੱਤ ਨੂੰ ਪਿਓ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਆ। ਕਦੇ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਕਿਸੇ ਦੀਆਂ ਚੀਕਾਂ ਨਿਕਲ ਗਈਆਂ। ਵੇਖਣ ਵਾਲੇ ਹੈਰਾਨ ਹੋ ਗਏ ਵੀ ਇਹ ਇਹੋ ਜਿਹਾ ਤਸੀਹਾ, ਕਿਉਂਕਿ ਉਸ ਤੋਂ ਪਹਿਲਾਂ ਕਿਤੇ ਇਹੋ ਜਿਹਾ ਤਸੀਹਾ ਕਿਸੇ ਨੂੰ ਦਿੱਤਾ ਨਹੀਂ ਸੀ ਗਿਆ। ਤੇ ਸਾਰੇ ਵੇਖਣ ਵਾਲੇ ਹੈਰਾਨ ਹੋ ਗਏ। ਕਹਿੰਦੇ ਕਈਆਂ ਦੇ ਮੂੰਹ ਦੇ ਵਿੱਚੋਂ ਹੀ ਆਵਾਜ਼ਾਂ ਨਾ ਨਿਕਲ, ਇੱਦਾਂ ਖੂਨ ਦੇ ਫੁਹਾਰੇ, ਇੱਦਾਂ ਬੋਟੀਆਂ ਸਰੀਰ ਦੀਆਂ ਹਵਾ ਵਿੱਚ ਉਡਾਉਂਦੇ ਪਏ ਨੇ। ਤੇ ਉਸ ਤੋਂ ਬਾਅਦ ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਭਾਈ ਸੁਬੇਗ ਸਿੰਘ ਨੂੰ ਫਿਰ ਚਰਖੜੀ ਦੇ ਉੱਤੇ ਪਾ ਲਿਆ ਜਾਂਦਾ ਹੈ। ਜਦੋਂ ਭਾਈ ਸੁਬੇਗ ਸਿੰਘ ਨੂੰ ਚਰਖੜੀ 'ਤੇ ਬੰਨ੍ਹਿਆ ਜਾਂਦਾ ਹੈ ਤੇ ਚਰਖੜੀ 'ਤੇ ਬੰਨ੍ਹ ਕੇ ਉਸੇ ਤਰ੍ਹਾਂ ਹੀ ਜਦੋਂ ਭਾਈ ਸ਼ਾਹਬਾਜ਼ ਦੀ ਤਰ੍ਹਾਂ ਭਾਈ ਸੁਬੇਗ ਸਿੰਘ ਨੂੰ ਚਰਖੜੀ ਦਾ ਪਹਿਲਾ ਗੇੜਾ ਦਿੰਦੇ ਨੇ, ਖੂਨ ਦੇ ਫਿਰ ਫੁਹਾਰੇ ਉੱਠਦੇ ਆ। ਫਿਰ ਚਰਖੜੀ ਦੇ ਵਿੱਚੋਂ ਉਹ ਸਰੀਰ ਦੀਆਂ ਬੋਟੀਆਂ ਉੱਡ ਉੱਡ ਕੇ ਹਵਾ ਦੇ ਵਿੱਚ ਉੱਡਦੀਆਂ ਨੇ ਤੇ ਪਹਿਲਾ ਚੱਕਰ ਲਾ ਕੇ ਰੋਕ ਲੈਂਦੇ ਚਰਖੜੀ। ਹੁਣ ਜ਼ਖਮ ਕਰਕੇ ਰੋਕ ਲਈ ਚਰਖੜੀ, ਰੋਕ ਕੇ ਪੁੱਛਦੇ ਆ ਕਹਿੰਦੇ ਹੁਣ ਤਾਂ ਮੰਨ ਜਾ। ਕਹਿੰਦੇ ਉਹੀ, ਕਹਿੰਦੇ ਕੀ ਕਰਨ ਦੇ ਉਹੀ ਸ਼ਰਤ ਆ ਸਾਡੀ। ਕਹਿੰਦੇ ਸਾਡੇ ਧਰਮ ਦੇ ਵਿੱਚ ਆ ਜਾ। ਕਹਿੰਦੇ ਸਾਡੇ ਤਾਂ ਵੱਡੇ ਵੱਡੇ ਨਹੀਂ ਪਹਿਲਾਂ ਨਹੀਂ ਡੋਲੇ, ਕਹਿੰਦੇ ਅਸੀਂ ਕਿੱਥੋਂ ਡੋਲ ਜਾਂਗੇ। ਕਹਿੰਦੇ ਤੁਸੀਂ ਥੱਕ ਗਏ ਸਾਨੂੰ ਤਸੀਹੇ ਦੇ ਦੇ ਕੇ, ਸਾਨੂੰ ਦੁਖੀ ਕਰ ਕਰਕੇ। ਕਹਿੰਦੇ ਪਰ ਉਹ ਪਰਮਾਤਮਾ ਨੇ ਵੀ ਹੱਦ ਕਰ ਦਿੱਤੀ, ਸਾਨੂੰ ਇਹੋ ਜਿਹਾ ਦੋਸ਼ ਦਿੱਤਾ ਕਿ ਸਾਨੂੰ ਉਹ ਦੁੱਖ ਹੀ ਨਹੀਂ ਮਹਿਸੂਸ ਹੋਇਆ, ਕਿਉਂਕਿ ਉਹ ਪਰਮਾਤਮਾ ਕਹਿੰਦੇ ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ, ਸਾਹਸ ਪ੍ਰਤਪਾਲੇ। ਕਹਿੰਦੇ ਤੁਸੀਂ ਵੀ ਹੱਦ ਕਰ ਦਿੱਤੀ ਤਸੀਹੇ ਦੇਣ ਦੀ ਤੇ ਉਹ ਪਰਮਾਤਮਾ ਨੇ ਵੀ ਹੱਦ ਕਰ ਦਿੱਤੀ, ਸਾਨੂੰ ਇੰਨੀ ਸਮਰੱਥਾ ਬਖਸ਼ ਦਿੱਤੀ ਕਿ ਸਾਨੂੰ ਦੁੱਖ ਹੀ ਨਹੀਂ ਹੋਇਆ। ਕਹਿੰਦੇ ਜਦੋਂ ਇੰਜ ਕਿਹਾ ਤੇ ਫਿਰ ਕਾਜੀ ਨੂੰ ਕ੍ਰੋਧ ਆਇਆ ਤੇ ਫਿਰ ਚਰਖੜੀ ਨੂੰ ਘਵਾਉਣਾ ਕੀਤਾ। ਫਿਰ ਭਾਈ ਸੁਬੇਗ ਸਿੰਘ ਨੂੰ ਫਿਰ ਉਸੇ ਤਰ੍ਹਾਂ ਉਹਨਾਂ ਦੇ ਸਰੀਰ ਨੂੰ ਪਰੋਣਿਆ ਗਿਆ ਤੇ ਭਾਈ ਸੁਬੇਗ ਸਿੰਘ ਵੀ ਫਿਰ ਸ਼ਹੀਦੀ ਪਾ ਜਾਂਦੇ ਨੇ। ਤੇ ਕਹਿੰਦੇ ਨੇ ਕਿ ਸਾਡੇ ਧਰਮ ਦੀ ਜਿੱਤ ਹੋਈ ਹੈ ਤੇ ਤੁਹਾਡੇ ਧਰਮ ਨੂੰ ਹਾਰ ਹੋਈ ਆ, ਕਿਉਂਕਿ ਅਸੀਂ ਉਹ ਗੁਰੂ ਨਾਨਕ ਦੇ ਘਰ ਦੇ ਸਿੱਖ ਹਾਂ ਤੇ ਜਿਹੜੇ ਕਿਤੇ ਵੀ ਡੋਲੇ ਤੇ ਚਾਹੇ ਕਹਿੰਦੇ ਸਾਨੂੰ ਚਰਖੜੀਆਂ 'ਤੇ ਚਾੜਿਆ ਗਿਆ, ਚਾਹੇ ਆਰਿਆਂ ਨਾਲ ਚੀਰਿਆ ਗਿਆ। ਸੋਚਦੇ ਸਨ ਵੀ ਇਹ ਜਿਹੜਾ ਸੁਬੇਗ ਸਿੰਘ ਇਹ ਆਪਣੇ ਪੁੱਤਰ ਨੂੰ ਵੇਖ ਕੇ ਡੋਲ ਜਾਵੇਗਾ, ਪਰ ਉਹ ਕਹਿੰਦੇ ਅਸੀਂ ਉਹ ਧਰਮ ਵਧਿਆ ਜਿੱਥੇ ਤਾਂ 5 ਸਾਲਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾ ਦਿੱਤਾ ਜਾਂਦਾ ਤੇ ਉਹ ਤਾਂ ਨਹੀਂ ਡੋਲੇ। ਕਹਿੰਦੇ ਮੇਰਾ ਪੁੱਤ ਤਾਂ ਫਿਰ ਵੀ 18 ਸਾਲਾਂ ਦਾ ਹੈ। ਇੱਥੇ ਜਦੋਂ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ, ਉਹਨਾਂ ਦੇ 5 ਸਾਲ ਦੇ ਪੁੱਤਰ ਦਾ ਕਲੇਜਾ ਉਹਨਾਂ ਅੱਖਾਂ ਸਾਹਮਣੇ ਕੱਢ ਕੇ ਮੂੰਹ ਵਿੱਚ ਪਾ ਦਿੰਦੇ ਆ ਤੇ ਪੁੱਛਦੇ ਆ ਗਿਆ ਸਵਾਦ। ਤੇ ਕਹਿੰਦੇ ਇਹ ਤਾਂ ਉਹ ਧਰਮ ਦੇ ਅਸੀਂ ਬਾਲੀ ਆ, ਇਸ ਕਰਕੇ ਅਸੀਂ ਕਿੱਥੋਂ ਹਾਰ ਜਾਵਾਂਗੇ। ਇਸ ਤਰ੍ਹਾਂ ਦੋਵਾਂ ਪਿਓ ਪੁੱਤਰਾਂ ਨੂੰ ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਸੁਬੇਗ ਸਿੰਘ ਨੂੰ ਅੱਜ ਦੇ ਦਿਨ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਹੈ।
ਉਹ ਸ਼ਹੀਦ ਸਾਡੇ ਕਰਕੇ ਹੁੰਦੇ ਨੇ, ਕਿਉਂਕਿ ਉਹ ਧਰਮ ਨੂੰ, ਸਿੱਖ ਧਰਮ ਨੂੰ ਬਚਾਉਂਦੇ ਹੋਏ। ਦੇਖੋ ਵੀ ਬੜਾ ਤਕਲੀਫ ਹੁੰਦੀ ਆ, ਕਹਿਣਾ ਸੌਖਾ ਵੀ ਚਰਖੀ ਦੇ ਚਾਰ ਕੀ ਸ਼ਹੀਦ ਕਰ ਦਿੱਤਾ ਗਿਆ, ਤੇ ਸਾਡੇ ਕੋਈ ਪਿੰਡ ਵੀ ਝਬੋ ਦੇਵੇ ਨਾ ਤੇ ਅਸੀਂ ਭੱਜ ਕੇ ਤੜਪ ਉੱਠਦੇ ਹਾਂ, ਤੇ ਉਹ ਤਾਂ ਫਿਰ ਵੀ ਦੁਸ਼ਮਣ ਸਨ ਕਿੰਨੇ ਤਸੀਹੇ ਦਿੰਦੇ ਹੋਣਗੇ। ਇੱਕ ਤਾਂ ਸਾਡੇ ਆਮ ਕੋਈ ਵਿਅਕਤੀ ਕੋਈ ਚੀਜ਼ ਢੋਬ ਦੇਵੇ ਤੇ ਅਸੀਂ ਤਾਂ ਤੜਪ ਕੇ ਉੱਠ ਖੜਦੇ ਹਾਂ, ਤੇ ਦੂਸਰੇ ਪਾਸੇ ਦੁਸ਼ਮਣ ਹੋਵੇ ਜਿਹੜਾ ਵਿਰੋਧੀ ਹੋਵੇ ਸਾਡਾ, ਤੇ ਉਹ ਸਾਨੂੰ ਦੁਖੀ ਕਰਦਾ ਹੋਵੇ, ਉਹ ਤਸੀਹੇ ਦਿੰਦਾ ਹੋਵੇ, ਉਹ ਤਾਂ ਹੋਰ ਵੀ ਜ਼ਿਆਦਾ ਖਿੱਚ ਕੇ ਉਹ ਕਰਦਾ ਹੋਵੇਗਾ ਨਾ। ਧੰਨ ਨੇ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਜਿਹੜੇ ਫਿਰ ਵੀ ਅਡੋਲ ਰਹੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਕਿਉਂਕਿ ਜਿਨ੍ਹਾਂ ਦੀ ਉਹ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਇਆ ਕਰਦੀ ਹਨ, ਉਹ ਨਹੀਂ ਫਿਰ ਡੋਲਦੇ। ਇਸੇ ਕਰਕੇ ਭਾਈ ਸੁਬੇਗ ਸਿੰਘ ਕਿਹਾ ਸੀ ਵੀ ਅਸੀਂ ਤਾਂ ਉਹ ਗੁਰੂ ਨਾਨਕ ਦੇ ਸਕੂਲ ਦੇ ਵਾਰਸ ਹਾਂ, ਜੇ ਸਕੂਲ ਦੇ ਵਿੱਚ ਪੜ੍ਹਾਈ ਇਹ ਪਹਿਲਾਂ ਜਾਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਰੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਚੈ ਸਿਰ ਦੀਚੈ ਕਾਨ ਨਾ ਕੀਚੈ। ਕਹਿੰਦੇ ਇਸ ਨਾਨਕ ਦੇ ਸਕੂਲ ਦੇ ਵਿੱਚ ਤਾਂ ਪੜ੍ਹਾਇਆ ਹੀ ਇਹ ਜਾਂਦਾ, ਤੇ ਉਹ ਕਿੱਥੋਂ ਡੋਲ ਜਾਣਗੇ ਜਿੱਥੇ ਸਕੂਲ ਵਿੱਚ ਹੀ ਇਹ ਪੜ੍ਹਾਇਆ ਜਾਵੇ। ਸੋ ਇਸ ਤਰ੍ਹਾਂ ਅੱਜ ਦੇ ਦਿਨ ਜਦੋਂ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੋਵੇਂ ਪਿਓ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਤੇ ਜਿਨ੍ਹਾਂ ਨੂੰ ਹਰ ਰੋਜ਼ ਅਸੀਂ ਗੁਰਸਿੱਖਾਂ ਦੇ ਗੁਰਧਾਮਾਂ ਦੇ ਵਿੱਚ ਦੋਵੇਂ ਟਾਈਮ ਯਾਦ ਕੀਤਾ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡਾ ਵੀ ਉਹਨਾਂ ਦੀ ਤਰ੍ਹਾਂ ਕਿਤੇ ਜੀਵਨ ਬਣ ਜਾਵੇ, ਸਾਡੀ ਵੀ ਉਹ ਪਰਮਾਤਮਾ ਨਾਲ ਇਹੋ ਜਿਹੀ ਪ੍ਰੀਤ ਪੈ ਜਾਵੇ ਕਿ ਸਾਡਾ ਜੀਵਨ ਵੀ ਸਫਲ ਹੋ ਜਾਵੇ। ਅੰਤ ਨੂੰ ਬੁਲਾ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।